ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ, ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਸਵੈਮਾਨ ਨੂੰ ਉਸਨੇ ਠੇਸ ਪਹੁੰਚਾਈ ਹੈ। ਜਾਖੜ ਸਾਹਿਬ, ਤੁਹਾਡੀ ਮੈਂ ਸਭ ਤੋਂ ਵੱਧ ਤਾਰੀਫ ਕਰਦਾ ਵੀ ਜਿੱਡਾ ਵੱਡਾ ਠਰਮਾ ਤੁਹਾਡਾ ਹੈ, ਐਡਾ ਕਿਸੇ ਹੋਰ ਦਾ ਨਹੀਂ ਸੀ। ਤੁਹਾਡਾ ਪਰਿਵਾਰ, ਤੁਹਾਡੇ ਪਿਤਾ ਬਲਰਾਮ ਜਾਖੜ ਜੀ, ਤੁਹਾਨੂੰ ਜ਼ਰੂਰਤ ਕੀ ਪੈ ਗਈ ਸੀ ਉਹ ਬਿਆਨ ਦੇਣ ਦੀ? ਪਾਸੇ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਜਿਹੜੀਆਂ 600 ਯੂਨਿਟਾਂ ਜਿਹੜੀਆਂ ਉਹ ਮਾਫ ਕੀਤੀਆਂ ਜਾਣਗੀਆਂ ਤੇ ਦੂਜੇ ਪਾਸੇ ਜਿਹੜੀ ਆ ਉਹ ਬਿਜਲੀ ਪੂਰੀ ਨਹੀਂ ਹੋ ਰਹੀ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਕਿ ਖੇਤਾਂ ਦੀ ਜਿਹੜੀ ਆ ਉਹ ਬਿਜਲੀ ਨਹੀਂ ਆ ਰਹੀ। 8000 ਮੈਗਾਵਾਟ ਦੇ ਨੇੜੇ ਪੰਜਾਬ ਵਿੱਚ ਬਿਜਲੀ ਦੀ ਮੰਗ ਜਾ ਪਹੁੰਚੀ ਹੈ ਤੇ ਬਿਜਲੀ ਜਿਹੜੀ ਹੈ ਉਹ ਔਸਤਨ 4000 ਮੈਗਾਵਾਟ ਹੈ, ਕੁਝ ਵੱਧ ਖਰੀਦੀ ਵੀ ਜਾ ਰਹੀ ਹੈ। ਤਾਂ ਬਿਜਲੀ ਘਰਾਂ ਕੋਲੇ ਦੀ ਘਾਟ ਹੈ। ਦੂਜਾ, ਕੇਂਦਰੀ ਪੂਲ ਤੋਂ ਇਸ ਵਾਰ ਪੰਜਾਬ ਨੂੰ ਉਨੀ ਬਿਜਲੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਸੀ ਪਹਿਲਾਂ। ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਤਾਲਮੇਲ ਕੋਈ ਬਹੁਤਾ ਵਧੀਆ ਨਜ਼ਰ ਨਹੀਂ ਆ ਰਿਹਾ। ਆਪਾਂ ਪਹਿਲਾ ਪ੍ਰੋਗਰਾਮ ਕੀਤਾ ਤੇ ਕਾਲਰ ਕਿੰਨਿਆਂ ਨੇ ਫੋਨ ਕੀਤੇ ਜਿਹੜੇ ਕਹਿ ਰਹੇ ਕਿ ਸਾਡੀਆਂ ਆਸਾਂ ਮੁਤਾਬਕ ਸਰਕਾਰ ਕੰਮ ਨਹੀਂ ਕਰ ਰਹੀ। ਇਹਦਾ ਜਵਾਬ ਤਾਂ ਸਰਕਾਰ ਨੂੰ ਦੇਣਾ ਪੈਣਾ। ਸੋਲਰ ਊਰਜਾ ਦਾ ਪ੍ਰਬੰਧ ਕੀਤਾ ਹੁੰਦਾ, ਹੁਣ ਤੱਕ ਸਰਕਾਰ ਨੂੰ ਨਾ ਤਾਂ ਬਿਜਲੀ ਬੋਰਡ ਨੂੰ ਪੈਸੇ ਦੇਣੇ ਪੈਂਦੇ, ਨਾ ਹੀ ਗਰਮੀ ਦੇ ਵਿੱਚ ਵਾਧੂ ਬਿਜਲੀ ਦਾ ਲੋਡ ਪੈਂਦਾ। ਟਿਊਬਵੈੱਲਾਂ ਦੇ ਉੱਤੇ ਸੋਲਰ ਪਾਵਰ ਲਾਈ ਜਾਵੇ, ਭਾਵੇਂ ਨਾਲ ਉੱਥੇ ਏਸੀ ਵੀ ਚਲਾ ਲੈਣ ਜੀ, ਰਿਹਾਇਸ਼ ਵੀ ਬਣਾ ਲੈਣ, ਕਿਸਾਨ ਦਾ ਆਪਣਾ ਹੋਵੇਗਾ। ਜਿਵੇਂ ਰੇਤ ਮਾਫੀ ਤਾਂ ਰੇਤ ਮਾਫੀਆ ਜਿਹੜਾ ਰੋਕਣ ਦਾ ਨਾਂ ਨਹੀਂ ਲੈ ਰਿਹਾ। ਸਰਕਾਰਾਂ ਬਦਲਦੀਆਂ ਨੇ ਪਰ ਰੇਤ ਮਾਫੀਆ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਆਪ ਆਗੂ ਜਿਹੜੇ ਉਹ ਰੇਤ ਮਾਫੀਆ ਨੂੰ ਰੋਕਣ ਦੇ ਲਈ ਉੱਥੇ ਪਹੁੰਚੇ ਨੇ, ਉਹਨਾਂ ਦੇ ਡਰਾਈਵਰ ਦੇ ਨਾਲ ਅਤੇ ਉਹਨਾਂ ਦੇ ਨਾਲ ਧੱਕਾ ਮੁੱਕੀ ਹੋਈ ਹੈ। ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਸ ਥਾਂ ਦੇ ਉੱਤੇ ਮਾਈਨਿੰਗ ਕੀਤੀ ਜਾ ਰਹੀ ਹੈ, ਤੁਸੀਂ ਆਪਦੇ ਨਾਲ ਪੁਲਿਸ ਦੀ ਟੀਮ ਲੈ ਕੇ ਜਾਓ, ਨਾ ਦੱਸੋ ਉਹਨਾਂ ਨੂੰ ਕਿੱਥੇ ਜਾਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਬਿਜਲੀ ਦਾ ਸਵਾਲ ਚੁੱਕਿਆ ਜੀ, ਉਹਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਹੀ ਜਿਹੜੇ ਬਿਜਲੀ ਦੇ ਕੱਟ ਲੱਗਣੇ ਨੇੜੇ ਉਹ ਸ਼ੁਰੂ ਹੋ ਚੁੱਕੇ। ਕੈਪਟਨ ਸਾਹਿਬ ਦਾ ਤੰਜ, ਨਵਜੋਤ ਸਿੰਘ ਸਿੱਧੂ ਦਾ ਤੰਜ, ਉਹ ਕਹਿੰਦੇ ਦੇ ਦਿਓ ਇੱਕ ਮੌਕਾ ਆਪ ਨੂੰ, ਬਿਜਲੀ ਨਾ ਦਿਨੇ ਮਿਲੇ ਨਾ ਰਾਤ ਨੂੰ। ਭਾਜਪਾ ਦਾ ਕੈਪਟਨ ਅਤੇ ਢੀਂਡਸਿਆਂ ਤੋਂ ਜਿਹੜਾ ਮੋਹ ਭੰਗ ਹੁੰਦਾ ਦਿਖਾਈ ਦੇ ਰਿਹਾ। ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਕੱਲੇ ਜਿਹੜੇ ਪੰਜਾਬ ਦੇ ਵਿੱਚ ਚੋਣ ਲੜਨਗੇ। ਵੀ ਨਾ ਤਾਂ ਕੈਪਟਨ ਕੋਈ ਸੀਟ ਜਿੱਤ ਸਕਿਆ ਤੇ ਨਾ ਜਿੱਤ ਸਕੇ ਢੀਂਡਸਾ ਸਾਹਿਬ ਦੀ ਪਾਰਟੀ। ਉਹਨਾਂ ਨੇ ਕਿਹਾ ਕਿ ਅਸੀਂ 2 ਸੀਟਾਂ ਸਾਡੇ ਕੋਲ ਪਹਿਲਾਂ ਸੀ, 2 ਹੁਣ ਨੇ। ਪਹਿਲਾਂ ਸੀ ਤੁਹਾਡੇ ਕੋਲੇ 23 ਚੋਂ 2, ਹੁਣ ਨੇ 73 ਚੋਂ 2। ਨਤੀਜਾ ਤੁਹਾਡਾ ਵੀ ਉਹੋ ਜਿਹਾ ਹੀ ਹੈ। ਉਧਰ ਅਕਾਲੀ ਲੀਡਰ ਜਿਹੜੇ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਿਹੜੇ ਉਹ ਸਿਆਸਤ ਛੱਡ ਦੇਣ। 17 ਦੇ ਵਿੱਚ ਤੁਸੀਂ ਠੰਡੇ ਮਨ ਦੇ ਨਾਲ ਉਸ ਹਾਰ ਨੂੰ ਉਹਦੇ ਤੇ ਸਵੈ ਪੜਚੋਲ ਕੀਤੀ ਹੁੰਦੀ ਤਾਂ ਅੱਜ ਕਿਸੇ ਵੀ ਕੀਮਤ ਦੇ ਉੱਤੇ ਆਹ ਸਥਿਤੀ ਨਾ ਹੁੰਦੀ। ਤੁਹਾਡਾ ਤਾਂ ਉਦੋਂ ਵੀ ਕਿਨਾਰੇ ਤੇ ਚਲੇ ਗਏ, ਤੁਸੀਂ 3 ਸੀਟਾਂ ਤੇ ਸਿਮਟ ਕੇ ਰਹਿ ਗਏ ਹੋ। ਤੁਹਾਡੀ ਹਾਰ ਨਹੀਂ, ਨਮੋਸ਼ੀਜਨਕ ਹਾਰ ਹੋਈ ਹੈ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦੇ ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਗਤ ਸਾਹਿਬ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਬਿਜਲੀ ਦਾ ਬਣਦਾ ਜਾ ਰਿਹਾ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਲੋਕਾਂ ਨੂੰ ਜਿਹੜੀਆਂ 600 ਯੂਨਿਟਾਂ ਜਿਹੜੀਆਂ ਉਹ ਮਾਫ ਕੀਤੀਆਂ ਜਾਣਗੀਆਂ ਤੇ ਦੂਜੇ ਪਾਸੇ ਜਿਹੜੀ ਆ ਉਹ ਬਿਜਲੀ ਪੂਰੀ ਨਹੀਂ ਹੋ ਰਹੀ, ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਕਿ ਖੇਤਾਂ ਦੀ ਜਿਹੜੀ ਆ ਉਹ ਬਿਜਲੀ ਨਹੀਂ ਆ ਰਹੀ। ਢਿੱਲੋਂ ਸਾਹਿਬ ਇਹਦੇ ਬਾਰੇ ਕੀ ਕਹਿਣਾ ਜੀ? ਦੇਖੋ, ਇਸ ਵੇਲੇ ਸਰਕਾਰ ਦੇ 40 ਕੁ ਦਿਨ ਹੋਏ ਨੇ। 16 ਮਾਰਚ ਨੂੰ ਭਗਵੰਤ ਮਾਨ ਨੇ ਕੱਲਿਆਂ ਨਵਾਂ ਸ਼ਹਿਰ ਦੇ ਵਿੱਚ ਸਹੁੰ ਚੱਕੀ ਸੀ। 14 ਦਿਨ ਉਹ ਤੇ 28 ਇਹ 42 ਕੁ ਦਿਨ ਬਣ ਗਏ ਜੀ। ਇਸ ਵੇਲੇ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਬਿਜਲੀ ਦੀ ਸਥਿਤੀ ਆ ਬਹੁਤ ਚਿੰਤਾਜਨਕ ਹੋ ਚੁੱਕੀ ਹੈ। 8000 ਮੈਗਾਵਾਟ ਦੇ ਨੇੜੇ ਪੰਜਾਬ ਵਿੱਚ ਬਿਜਲੀ ਦੀ ਮੰਗ ਜਾ ਪਹੁੰਚੀ ਹੈ ਤੇ ਬਿਜਲੀ ਜਿਹੜੀ ਹੈ ਉਹ ਔਸਤਨ 4000 ਮੈਗਾਵਾਟ ਹੈ, ਕੁਝ ਵੱਧ ਖਰੀਦੀ ਵੀ ਜਾ ਰਹੀ ਹੈ। ਇਹਦਾ ਮੁੱਖ ਕਾਰਨ ਹੈ ਇੱਕ ਤਾਂ ਬਿਜਲੀ ਘਰਾਂ ਕੋਲੇ ਦੀ ਘਾਟ ਹੈ।
ਦੂਜਾ ਕੇਂਦਰੀ ਪੂਲ ਤੋਂ ਇਸ ਵਾਰ ਪੰਜਾਬ ਨੂੰ ਉਨੀ ਬਿਜਲੀ ਨਹੀਂ ਮਿਲ ਰਹੀ ਜਿੰਨੀ ਮਿਲਣੀ ਚਾਹੀਦੀ ਸੀ ਪਹਿਲਾਂ। ਚਰਚਾ ਇਹ ਵੀ ਹੈ ਕਿ 750 ਮੈਗਾਵਾਟ ਕੇਂਦਰੀ ਪੂਲ ਦੀ ਬਿਜਲੀ ਪੰਜਾਬ ਦੇ ਹਿੱਸੇ ਦੀ ਕੱਟ ਕੇ ਹਰਿਆਣੇ ਨੂੰ ਦੇ ਦਿੱਤੀ ਗਈ। ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਤਾਲਮੇਲ ਕੋਈ ਬਹੁਤਾ ਵਧੀਆ ਨਜ਼ਰ ਨਹੀਂ ਆ ਰਿਹਾ। ਇਹਨਾਂ ਨੂੰ ਲਗਾਤਾਰ ਉੱਥੇ ਕੇਂਦਰੀ ਵਜ਼ੀਰਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕੁਝ ਮੰਤਰੀ, ਮੁੱਖ ਮੰਤਰੀ ਜਾ ਕੇ ਵੀ ਆਏ ਨੇ, ਉਹਨਾਂ ਨੇ ਗੱਲ ਵੀ ਕੀਤੀ ਹੈ, ਪਰ ਉਹ ਗੱਲ ਨੂੰ ਕੋਈ ਬਹੁਤਾ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਇਹਦਾ ਕਾਰਨ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਦੱਸ ਸਕਦੇ ਆ ਕਿ ਜਿਹੜੀਆਂ ਉਹ ਗੱਲਾਂ ਬਾਤਾਂ ਕਰਕੇ ਆਏ ਨੇ, ਜਿਹੜੀ ਵਾਧੂ ਬਿਜਲੀ ਪੰਜਾਬ ਨੂੰ ਮਿਲਣੀ ਹੈ ਉਹ ਕਦੋਂ ਮਿਲਣੀ ਹੈ। ਅਜੇ ਤਾਂ ਝੋਨਾ ਬੀਜਣ ਵਿੱਚ ਹੀ 1.5 ਮਹੀਨਾ ਪਿਆ ਹੈ। ਉਸ ਤੋਂ ਪਹਿਲਾਂ ਹੀ ਇਹ ਸਥਿਤੀ ਬਣ ਗਈ ਹੈ। ਜਿਹੜੇ ਕਿਸਾਨ ਸਬਜ਼ੀਆਂ ਉਗਾ ਰਹੇ ਨੇ, ਮੂੰਗੀ ਸੱਠੀ ਬੀਜ ਰਹੇ ਨੇ, ਉਹ ਇਸ ਗੱਲ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਬਿਜਲੀ ਦਿਓ, ਅਸੀਂ ਫਸਲਾਂ ਬੀਜਣੀਆਂ ਨੇ। ਦੂਜੇ ਪਾਸੇ ਇੱਥੇ ਬਿਜਲੀ ਦੀ ਘਾਟ, ਘਰਾਂ ਦੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਨੇ, ਪਿੰਡਾਂ ਦੇ ਲੋਕ ਬਹੁਤ ਔਖੇ ਨੇ। ਆਪਾਂ ਪਹਿਲਾ ਪ੍ਰੋਗਰਾਮ ਕੀਤਾ ਤੇ ਕਾਲਰ ਕਿੰਨਿਆਂ ਨੇ ਫੋਨ ਕੀਤੇ ਜਿਹੜੇ ਕਹਿ ਰਹੇ ਕਿ ਸਾਡੀਆਂ ਆਸਾਂ ਮੁਤਾਬਕ ਸਰਕਾਰ ਕੰਮ ਨਹੀਂ ਕਰ ਰਹੀ। ਇਹਦਾ ਜਵਾਬ ਤਾਂ ਸਰਕਾਰ ਨੂੰ ਦੇਣਾ ਪੈਣਾ। ਸਰਕਾਰ ਕੋਈ ਮਹੀਨੇ 2 ਮਹੀਨੇ ਲਈ ਨਹੀਂ ਆਈ, ਸਰਕਾਰ 5 ਸਾਲ ਲਈ ਆਈ ਹੈ। ਜੇ ਇਹੀ ਹਾਲ ਰਿਹਾ ਤਾਂ ਇਸ ਝੋਨੇ ਦੇ ਸੀਜ਼ਨ ਵਿੱਚ ਹੀ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਣਾ ਹੈ। ਤਾਜ਼ਾ ਸਥਿਤੀ ਇਹ ਹੈ ਕਿ ਹਰਭਜਨ ਸਿੰਘ ਜਿਹੜੇ ਈਟੀਓ ਨੇ, ਉਹਨਾਂ ਦਾ ਇਲਾਕਾ ਜੰਡਿਆਲਾ ਗੁਰੂ, ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਸਰਪੰਚ ਭਦੇਰ ਹੋਰੀ, ਇਹਨਾਂ ਨੇ ਕੱਲ੍ਹ ਨੂੰ ਪ੍ਰੋਗਰਾਮ ਬਣਾ ਲਿਆ ਕਿ ਅਸੀਂ ਬਿਜਲੀ ਮੰਤਰੀ ਦਾ ਘਰ ਘੇਰਨਾ। ਇਹ ਸਾਂਝਾ ਸੰਕਟ ਹੈ, ਇਹਦੇ ਨਾਲ ਸਾਰਿਆਂ ਨੂੰ ਲੜਨਾ ਪੈਣਾ ਹੈ। ਅੱਜ ਕਿਸਾਨਾਂ ਨੂੰ ਵੀ ਯਾਦ ਆਊਗਾ ਕਿ ਮੁਖਤਖੋਰੀ ਲੈ ਕੇ ਜੇ ਸਰਕਾਰਾਂ ਇਹਨਾਂ ਕਿਸਾਨਾਂ ਨੂੰ 96 ਤੋਂ ਸ਼ੁਰੂ ਹੋਈ ਵੀ ਹੈ, ਇਹ 25 ਸਾਲ ਦੇ ਲਗਭਗ ਹੋ ਗਿਆ। 25 ਸਾਲਾਂ ਦੇ ਵਿੱਚ ਸਬਸਿਡੀ ਦੇ ਆਧਾਰ ਤੇ ਕਿਸਾਨਾਂ ਦੀਆਂ ਮੋਟਰਾਂ ਤੇ ਸੋਲਰ ਪਲਾਂਟ ਲਾਏ ਜਾਂਦੇ ਤਾਂ ਅੱਜ ਜਿਹੜਾ ਖੇਤੀ ਦਾ 7000 ਮੈਗਾਵਾਟ ਲੋਡ ਹੈ, ਘੱਟੋ ਘੱਟ ਉਹ ਸਾਡੇ ਤੇ ਨਾ ਪੈਂਦਾ। ਤੇ ਜਿਹੜਾ 7000 ਕਰੋੜ ਦੇ ਲਗਭਗ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਇਹਦਾ ਬੋਝ ਖਤਮ ਹੋ ਚੁੱਕਿਆ ਹੁੰਦਾ ਹੁਣ ਤੱਕ। ਮੰਨ ਲਓ ਇਹਨਾਂ 25 ਸਾਲਾਂ ਦੇ ਵਿੱਚ ਜੇ ਅੰਦਾਜ਼ਾ ਆਪਾਂ 4000 ਕਰੋੜ ਨੂੰ ਜੋੜ ਲਈਏ ਤਾਂ 4000 ਨੂੰ 25 ਨਾਲ ਗੁਣਾ ਕਰ ਲਓ, 25 ਚੌਕਾ 100, ਕਿੰਨੇ ਕਰੋੜ ਸਰਕਾਰ ਸਬਸਿਡੀ ਦੇ ਰੂਪ ਵਿੱਚ ਕਿਸਾਨਾਂ ਤੇ ਖਰਚ ਕਰ ਚੁੱਕੀ ਹੈ ਤੇ ਰਿਜ਼ਲਟ ਜ਼ੀਰੋ ਹੈ। ਜੇ ਪੜਾਅਵਾਰ ਛੋਟਿਆਂ ਤੋਂ ਸ਼ੁਰੂ ਕਰ ਲੈਂਦੇ ਜਾਂ ਵੱਡਿਆਂ ਤੋਂ ਸ਼ੁਰੂ ਕਰ ਲੈਂਦੇ, ਪੜਾਅਵਾਰ ਇਹ ਸੋਲਰ ਊਰਜਾ ਦਾ ਪ੍ਰਬੰਧ ਕੀਤਾ ਹੁੰਦਾ, ਹੁਣ ਤੱਕ ਸਰਕਾਰ ਨੂੰ ਨਾ ਤਾਂ ਬਿਜਲੀ ਬੋਰਡ ਨੂੰ ਪੈਸੇ ਦੇਣੇ ਪੈਂਦੇ, ਨਾ ਹੀ ਗਰਮੀ ਦੇ ਵਿੱਚ ਵਾਧੂ ਬਿਜਲੀ ਦਾ ਲੋਡ ਪੈਂਦਾ। ਟਿਊਬਵੈੱਲਾਂ ਦੇ ਉੱਤੇ ਸੋਲਰ ਪਾਵਰ ਲਾਈ ਜਾਵੇ, ਭਾਵੇਂ ਨਾਲ ਉੱਥੇ ਏਸੀ ਵੀ ਚਲਾ ਲੈਣ ਜੀ, ਰਿਹਾਇਸ਼ ਵੀ ਬਣਾ ਲੈਣ, ਕਿਸਾਨ ਦਾ ਆਪਣਾ ਹੋਵੇਗਾ। ਇਸ ਪਾਸੇ ਵੱਲ ਦੀ ਥਾਂ ਤੇ ਇਹਨਾਂ ਸਰਕਾਰਾਂ ਨੇ ਮੁਕਤਖੋਰੀ ਦੀ ਰਾਜਨੀਤੀ ਕੀਤੀ ਹੈ। ਮੁਕਤਖੋਰੀ, ਇਹ ਮੁਕਤਖੋਰੀ ਅੱਜ ਪਹਿਲਾਂ ਕਹਿਆ ਵੀ ਸੜਕਾਂ ਬਾਰੇ ਜਾਂਦਾ ਸੀ ਕਿ 2 ਸਾਲ ਸੜਕ ਨਾ ਬਣਾਓ, ਮੁੜ ਕੇ ਟੋਲ ਟੈਕਸ ਵਾਲੀ ਸੜਕ ਬਣਾ ਦਿਓ, ਲੋਕ ਕਹਿਣ ਚੱਲ ਇਹਨੂੰ ਤਾਂ ਟੋਲ ਟੈਕਸ ਦਿੱਤੇ ਹੀ ਚੰਗਾ। ਅੱਜ ਪਿੰਡਾਂ ਦੇ ਵਿੱਚ, ਛੋਟੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ
ਲੋਕ ਕਹਿੰਦੇ ਆ ਕਿ 4-4 5-5 ਘੰਟੇ ਕੱਟ ਲੱਗਦਾ ਹੈ। ਅਸੀਂ ਜਦੋਂ ਦੁਕਾਨ ਤੇ ਆਉਂਦੇ ਹਾਂ ਬਿਜਲੀ ਦਾ ਕੱਟ ਲੱਗਿਆ ਹੁੰਦਾ ਹੈ। ਕਈ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦੇ ਆ, ਉਹ ਕਹਿੰਦੇ ਸਾਡਾ ਤਾਂ ਕੰਪਿਊਟਰ ਨਾਲ ਸਾਰਾ ਕੰਮ ਹੀ ਬਿਜਲੀ ਦਾ ਹੈ। ਇਸ ਪਾਸੇ ਵੱਲ ਉਹਨਾਂ ਸਰਕਾਰਾਂ ਨੇ ਨਹੀਂ ਸੋਚਿਆ। ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਦੀ ਸਰਕਾਰ ਇਸ ਪਾਸੇ ਵੱਲ ਜ਼ਰੂਰ ਸੋਚੇਗੀ ਔਰ ਅੱਜ ਆਪਾਂ ਪੜਾਅ ਵਾਰ ਇਹਨੂੰ ਸ਼ੁਰੂ ਕਰ ਦਈਏ। ਤੇ ਦੂਜਾ ਵੀ ਜਿਹੜਾ ਘਰਾਂ ਦੇ ਵਿੱਚ ਲੋਡ ਲੱਗਦਾ ਹੈ ਉਹਦੇ ਤੇ ਵੀ ਤੁਸੀਂ ਜੇ ਰਿਆਇਤ ਦੇਣੀ ਹੈ ਇਸ ਕੰਮ ਤੇ ਦਿਓ। ਮੰਨ ਲਓ ਇਸ ਸਾਲ ਤੁਸੀਂ 5000 ਕਰੋੜ ਦੀ ਰਿਆਇਤ ਦੇਣੀ ਹੈ ਤਾਂ ਕੁਝ ਨਾ ਕੁਝ ਜਿਹੜਾ ਸੋਲਰ ਤਾਂ ਲਵਾ ਲਓਗੇ ਨਾ, ਉਹਦਾ ਫਾਇਦਾ ਕੀ ਹੋਏਗਾ? ਉਹਦਾ ਫਾਇਦਾ ਇਹ ਹੋਏਗਾ ਕਿ ਤੁਹਾਨੂੰ ਅਗਲੇ ਸਮੇਂ ਵਿੱਚ ਜਿਹੜੀ ਬਿਜਲੀ ਖਰੀਦਣੀ ਪੈ ਰਹੀ ਹੈ ਕਰੋੜਾਂ ਰੁਪਏ ਦੇ ਵਿੱਚ, ਇਹ ਬੰਦ ਹੋ ਜਾਏਗੀ। ਤੁਹਾਡੇ ਆਪਣੇ ਕੋਲ ਹੀ ਇੰਨੀ ਬਿਜਲੀ ਹੋ ਜਾਏਗੀ ਕਿ ਤੁਹਾਨੂੰ ਦੂਜੇ ਪਾਸੇ ਹੱਥ ਨਹੀਂ ਫਲਾਉਣੇ ਪੈਣਗੇ ਤੇ ਨਾ ਕੋਲੇ ਲਾਈਨ ਜਾਣਾ ਪਏਗਾ। ਦੋ ਤਰ੍ਹਾਂ ਦੇ ਪ੍ਰੋਜੈਕਟ ਬਣਾਓ, ਇੱਕ ਲੰਬੇ ਸਮੇਂ ਦੇ ਤੇ ਦੂਜਾ ਵਕਤੀ ਤੌਰ ਦੇ ਉੱਤੇ ਕਿਵੇਂ ਨਜਿੱਠਣਾ ਹੈ। ਜੀ ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਰੇਤ ਮਾਫੀ, ਤਾਂ ਰੇਤ ਮਾਫੀਆ ਜਿਹੜਾ ਰੋਕਣ ਦਾ ਨਾਂ ਨਹੀਂ ਲੈ ਰਿਹਾ। ਸਰਕਾਰਾਂ ਬਦਲਦੀਆਂ ਨੇ ਪਰ ਰੇਤ ਮਾਫੀਆ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਆਪ ਆਗੂ ਜਿਹੜੇ ਉਹ ਰੇਤ ਮਾਫੀਆ ਨੂੰ ਰੋਕਣ ਦੇ ਲਈ ਉੱਥੇ ਪਹੁੰਚੇ ਨੇ, ਉਹਨਾਂ ਦੇ ਡਰਾਈਵਰ ਦੇ ਨਾਲ ਤੇ ਉਹਨਾਂ ਦੇ ਨਾਲ ਧੱਕਾ ਮੁੱਕੀ ਹੋਈ ਹੈ। ਢੱਲ ਸਾਹਿਬ, ਇਹਦੇ ਬਾਰੇ ਕੀ ਕਹਿਣਾ? ਪਹਿਲੀ ਗੱਲ ਤਾਂ ਜਿਹੜੇ ਆਮ ਆਦਮੀ ਦੇ ਇਹ ਵਿਧਾਇਕ ਨੇ ਜੀ, ਇਹਨਾਂ ਨੇ ਅਧਿਕਾਰ ਕੋਈ ਜ਼ਿਆਦਾ ਹੀ ਲੈ ਲਏ। ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਸ ਥਾਂ ਦੇ ਉੱਤੇ ਮਾਈਨਿੰਗ ਕੀਤੀ ਜਾ ਰਹੀ ਹੈ, ਤੁਸੀਂ ਆਪਦੇ ਨਾਲ ਪੁਲਿਸ ਦੀ ਟੀਮ ਲੈ ਕੇ ਜਾਓ, ਨਾ ਦੱਸੋ ਉਹਨਾਂ ਨੂੰ ਕਿੱਥੇ ਜਾਣਾ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਮਾਈਨਿੰਗ ਅਧਿਕਾਰੀ ਹੈ ਜਾਂ ਪੁਲਿਸ ਦੇ ਅਧਿਕਾਰੀ ਹੈ, ਇਹਨਾਂ ਦਾ ਕੋਈ ਟੰਕਾ ਰਲਿਆ ਹੁੰਦਾ ਹੈ ਜੋ ਚਰਚਾ 'ਚ ਚੱਲਦੀ ਹੈ। ਤੁਸੀਂ ਟੀਮ ਬੁਲਾਓ, ਆਪ ਬਾਅਦ ਨਾਲ ਬੈਠੋ ਤੇ ਗੁਪਤ ਰੂਪ ਦੇ ਵਿੱਚ ਉੱਥੇ ਜਾਓ। ਦੂਜਾ, ਜਿਹੜੇ ਲੋਕਾਂ ਨੇ ਮਾਈਨਿੰਗ ਕੀਤੀ, ਇਹ ਕਹਿੰਦੇ ਰਾਜਾ ਸਾਂਸੀ ਦਾ ਵਿਧਾਇਕ ਹੈ ਬਲਦੇਵ ਸਿੰਘ ਮਿਆਦੀਆ, ਉਹਦੇ ਕੁਲਦੀਪ ਸਿੰਘ ਤੇ ਚਮਕੌਰ ਸਿੰਘ ਨਾਂ ਦੇ ਬੰਦਿਆਂ ਨੇ ਉਹਦੇ ਡਰਾਈਵਰ ਨਾਲ ਜਾਂ ਕੋਈ ਹੋਰ ਨਾਲ ਸੀ, ਉਹਦੇ ਨਾਲ ਧੱਕਾ ਮੁੱਕੀ ਕੀਤੀ ਹੈ। ਉਸ ਸੰਬੰਧਿਤ ਥਾਣੇ ਦਾ SHO ਕਹਿੰਦਾ ਕਿ ਅਸੀਂ ਪਰਚਾ ਦਰਜ ਕਰ ਲਿਆ, ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਂ ਸਮਝਦਾ ਕਿ ਇਹਨਾਂ ਦੇ ਵਿਧਾਇਕਾਂ ਨੂੰ ਥੋੜ੍ਹਾ ਜਿਹਾ ਹਿਸਾਬ ਸਿਰ ਅੱਗੇ ਜਾਣਾ ਚਾਹੀਦਾ ਹੈ। ਆਪਦੇ ਹੱਥ 'ਚ ਨਾ ਕਾਨੂੰਨ ਲਓ ਔਰ ਆਪ ਅਗਵਾਈ ਕਰੋ। ਉਹਨਾਂ ਨੂੰ ਨਾ ਦੱਸੋ ਕਿ ਅਸੀਂ ਚੱਲੇ ਕਿੱਥੇ ਹਾਂ, ਤੇ ਇਹਦੇ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ। ਤੁਹਾਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਆਪ ਛਾਪੇ ਮਾਰਨੇ ਸ਼ੁਰੂ ਕਰ ਦਿਓ। ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਬਿਜਲੀ ਦਾ ਸਵਾਲ ਚੁੱਕਿਆ ਹੀ, ਉਹਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਹੀ ਜਿਹੜੇ ਬਿਜਲੀ ਦੇ ਕੱਟ ਲੱਗਣੇ ਨੇੜੇ ਉਹ ਸ਼ੁਰੂ ਹੋ ਚੁੱਕੇ। ਕੈਪਟਨ ਸਾਹਿਬ ਦਾ ਤੰਜ, ਨਵਜੋਤ ਸਿੰਘ ਸਿੱਧੂ ਦਾ ਤੰਜ, ਉਹ ਕਹਿੰਦੇ ਦੇ ਦਿਓ ਇੱਕ ਮੌਕਾ ਆਪ ਨੂੰ, ਬਿਜਲੀ ਨਾ ਦਿਨੇ ਮਿਲੇ ਨਾ ਰਾਤ ਨੂੰ। ਜੀ, ਬੜਾ ਵੱਡਾ ਤੰਜ ਕੱਸਿਆ। ਇਸ ਮਾਮਲੇ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਕੈਪਟਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਮੈਂ ਵੀ ਉਹੀ ਕਹਿ ਰਿਹਾ ਕਿ 8000 ਮੈਗਾਵਾਟ ਮੰਗ ਆ ਅਜੇ। ਜਦੋਂ ਬਿਜਲੀ ਦੀ ਇਹ ਮੰਗ 15000 ਮੈਗਾਵਾਟ ਦੇ ਆਸ-ਪਾਸ ਜਾ ਪਹੁੰਚੀ, ਅਜਿਹੀ ਸਥਿਤੀ ਦੇ ਵਿੱਚ ਫਿਰ ਕਿੱਥੇ ਖੜੋਗੇ? ਇਸ ਲਈ ਸਰਕਾਰ ਨੂੰ ਇਹ ਚੀਜ਼ ਦੇ ਪ੍ਰਬੰਧ ਕਰਨੇ ਪੈਣਗੇ। ਤੁਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਬੈਠੋ। ਜਿਹੜੀ ਚੀਜ਼ ਕਰੋੜਾਂ ਰੁਪਏ 'ਚ ਪੈਦਾ ਕਰਨੀ ਪੈ ਰਹੀ ਹੈ, ਉਹ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਥੋੜ੍ਹੇ ਬਿੱਲ ਹੈ ਜਿਹੜੇ ਉਹ ਤੁਸੀਂ ਵੀ ਅਦਾ ਕਰੋ। ਜਦੋਂ ਤੁਸੀਂ ਮੁਕਤ ਤੋਂ ਦੁਬਾਰਾ ਉਸ ਪਾਸੇ ਲੈ ਕੇ ਆਓਗੇ, ਸਮੱਸਿਆਵਾਂ ਆਉਣਗੀਆਂ। ਇਹਨਾਂ ਨੂੰ ਤਾਂ 3200 ਕਰੋੜ ਰੁਪਏ ਦਾ ਜੀ, ਜਿਹੜੀ ਡਿਫਾਲਟਰ ਅਮਾਊਂਟ ਖੜੀ ਆ ਲੋਕਾਂ ਵੱਲ 3512 ਕਰੋੜ ਦੀ, ਜੀ, ਉਹ ਵਸੂਲਣ ਵਾਸਤੇ ਬੜਾ ਔਖਾ ਹੋਣਾ ਪੈ ਰਿਹਾ ਹੈਗਾ। ਜੀ, ਅਸੀਂ ਥਾਂ ਤੇ ਮੁਕਤਖੋਰੀਆਂ ਕਰਤੀਆਂ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਕਰਜ਼ੇ ਸਾਰਿਆਂ ਤੇ ਲਕੀਰ ਫੇਰੂੰਗਾ, ਲੋਕ ਭਰਨੋਂ ਹਟ ਗਏ। 25 ਲੱਖ ਦਾ ਬੰਦੇ ਤੇ ਕਰਜ਼ਾ ਸੁਸਾਈਡ ਕਰ ਗਿਆ ਤੇ ਬੈਂਕ ਵਾਲੇ ਕਿਵੇਂ ਮਾਫ ਕਰ ਦੇਣਗੇ? ਅਜੇ ਵੀ
ਇਹਨਾਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਜਿਹੜੇ ਬੰਦੇ ਨੂੰ ਕਰਜ਼ਾ ਦੇਣਾ ਹੈ ਉਹਦੀ ਨੀਤੀ ਬਣਾਓ। ਕਰਜ਼ਾ ਦੇਣ ਤੋਂ ਪਹਿਲਾਂ ਦੇਖੋ ਕਿ ਉਹਦੀ ਸਮਰੱਥਾ ਹੈ, ਉਹ ਵਾਪਸ ਕਰ ਦੇਵੇਗਾ। ਜੇ ਅਜਿਹਾ ਨਾ ਕਰੋਗੇ ਤਾਂ ਇਹ ਖੁਦਕੁਸ਼ੀਆਂ ਹੋਰ ਵੱਧ ਜਾਣਗੀਆਂ। ਕੇਜਰੀਵਾਲ ਸਾਹਿਬ ਦੇ ਬਿਆਨ ਨੂੰ ਬਾਰ-ਬਾਰ ਲੋਕਾਂ 'ਚ ਪ੍ਰਚਾਰਿਆ ਜਾ ਰਿਹਾ ਕਿ 1 ਅਪ੍ਰੈਲ ਤੋਂ ਬਾਅਦ ਕੋਈ ਖੁਦਕੁਸ਼ੀ ਨਹੀਂ ਕਰੇਗਾ। ਆ 20 ਦੇ ਨੇੜੇ ਹੋ ਗਈਆਂ, ਅਪ੍ਰੈਲ ਦੇ 2 ਦਿਨ ਪਏ ਨੇ। ਇਸ ਕਰਕੇ ਜਿਹੜੀ ਵੀ ਚੀਜ਼ ਕਰਨੀ ਆ ਉਹ ਸੋਚ ਸਮਝ ਕੇ ਕਰੋ। ਜਿਹੜੀਆਂ ਗਲਤੀਆਂ ਪਿਛਲਿਆਂ ਨੇ ਕਰ ਲਈਆਂ, ਤੁਸੀਂ ਉਹਨਾਂ ਗਲਤੀਆਂ ਤੋਂ ਸਬਕ ਸਿੱਖੋ ਔਰ ਨਵਾਂ ਕੰਮ ਕਰੋ। ਅਸੀਂ ਦੇਣਾ ਕੁਛ ਨਹੀਂ, ਰੇਹੜੀਆਂ ਵਾਲੇ ਨੇ ਦੁਆਨੀ ਨਹੀਂ ਦੇਣੀ। ਬੰਦਾ ਦਿਹਾੜੀ ਤੇ ਖੜਿਆ ਹੈ। ਆ ਆਪਣੇ ਸ਼ਹਿਰ ਦੇ ਵਿੱਚ ਘੱਟੋ ਘੱਟ ਜੀ 2-2.5 ਹਜ਼ਾਰ ਰੇਹੜੀ ਇੱਕ ਬੰਦੇ ਦੀ ਹੋਈ ਹੈ ਜੀ। ਜਦੋਂ ਤੁਸੀਂ ਵਪਾਰ ਕਰਦੇ ਹੋ ਪਰ ਸਰਕਾਰ ਦੇ ਖਜ਼ਾਨੇ 'ਚ ਵੀ ਕੁਛ ਪਾਓ। ਪਾਣੀ ਦਾ ਬਿੱਲ ਤੁਸੀਂ ਨਹੀਂ ਭਰਨਾ, ਉਹ ਚੰਨੀ ਸਾਹਿਬ ਕਹਿ ਗਏ। ਭਾਵੇਂ ਮੁਕਤਖੋਰੀਆਂ ਵਾਲੇ ਪਾਸੇ ਜਾ ਕੇ ਅੱਜ ਮੈਂ ਚੰਨੀ ਸਾਹਿਬ ਨੂੰ ਪੁੱਛਦਾ, ਪਿਛਲਿਆਂ ਨੂੰ ਤਾਂ ਆਪਾਂ ਪਹਿਲਾਂ ਪੁੱਛ ਲਿਆ ਕਿ ਜਿਹੜੀਆਂ ਤੁਸੀਂ ਮੁਕਤਖੋਰੀਆਂ ਕੀਤੀਆਂ, ਤੁਸੀਂ ਦੋਹਾਂ ਥਾਵਾਂ ਤੋਂ ਵੀ ਨਾ ਜਿੱਤੇ। ਲੋਕਾਂ ਨੂੰ ਸਹੂਲਤ ਦਿਓ, ਨਾ ਕਿ ਤੁਹਾਡੀ ਮੁਕਤਖੋਰੀ ਦੀ ਲੋੜ ਹੈ। ਕਿਵੇਂ ਚਲਾਓਗੇ ਜੇ ਸਾਰਾ ਕੁਝ ਮੁਕਤ ਔਰ ਲੋਕ ਭਰਦੇ ਨਹੀਂ? ਉਦੋਂ ਵੱਡੀਆਂ ਅਮਾਊਂਟ ਬਣ ਜਾਂਦੀ ਹੈ ਤੇ ਫਿਰ ਖੁਦਕੁਸ਼ੀਆਂ ਦੇ ਰਾਹ ਪੈਂਦੇ ਆ। ਉਹ ਮਿੱਤਰੋ, ਨਾ ਇਸ ਗੱਲ ਪਾਸੇ ਜਾਓ। ਇਹ ਸਾਰਿਆਂ ਨੂੰ ਬੈਠ ਕੇ ਕੋਈ ਗੱਲਾਂ ਕਰਨੀਆਂ ਚਾਹੀਦੀਆਂ ਨੇ। ਨਵਜੋਤ ਸਿੰਘ ਸਿੱਧੂ ਕੱਲ ਗਏ ਸੀ ਫਾਜ਼ਿਲਕਾ ਦੇ ਪਿੰਡ ਘੁਰਕਾ ਦੇ ਵਿੱਚ ਜੀ। ਉਹਨਾਂ ਨੇ ਸਰਹੱਦ ਪਾਰ ਤੋਂ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਜੀ। ਇਸ ਕਰਕੇ ਉਹਨਾਂ ਨੇ ਉੱਥੇ ਤੰਜ ਕੱਸੇ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕਿ ਇੰਨੀਆਂ ਖੁਦਕੁਸ਼ੀਆਂ ਹੋ ਗਈਆਂ। ਮਾਨ ਦੇ ਮੰਤਰੀ ਜਾਂ ਉਹਦੇ ਖੁਦ ਕੋਲ ਟਾਈਮ ਨਹੀਂ ਕਿ ਉਹ ਕਿਸਾਨਾਂ ਦੇ ਘਰਾਂ 'ਚ ਜਾ ਬੈਠੇ। ਜੀ ਜੀ। ਭਾਜਪਾ ਦਾ ਕੈਪਟਨ ਅਤੇ ਢੀਂਡਸਿਆਂ ਤੋਂ ਜਿਹੜਾ ਮੋਹ ਭੰਗ ਹੁੰਦਾ ਦਿਖਾਈ ਦੇ ਰਿਹਾ। ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਕੱਲੇ ਜਿਹੜੇ ਪੰਜਾਬ ਦੇ ਵਿੱਚ ਚੋਣ ਲੜਨਗੇ ਜੀ। ਉਹਨਾਂ ਦੇ ਆਗੂ ਦੁਸ਼ਯੰਤ ਗੌਤਮ ਕੱਲ੍ਹ ਇੱਥੇ ਆਏ ਸੀ। ਉਸ ਦੇ ਵਿੱਚ ਅਸ਼ਵਨੀ ਸ਼ਰਮਾ ਪੰਜਾਬ ਦੇ ਪ੍ਰਧਾਨ ਤੇ ਹੋਰ ਪ੍ਰਮੁੱਖ ਆਗੂ ਸ਼ਾਮਲ ਹੋਏ ਸੀ। ਉਹਦੇ ਵਿੱਚ ਚਰਚਾ ਚੱਲੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਨਾਲ ਰਲਾਉਣ ਦਾ ਸਾਨੂੰ ਫਾਇਦਾ ਕੀ ਹੋਇਆ। ਲੋਕ ਸਭਾ ਦੀ ਚੋਣ ਆ ਰਹੀ ਹੈ ਸੰਗਰੂਰ ਦੀ, ਉਹਦੇ ਨਾਲ 4 ਨਗਰ ਨਿਗਮਾਂ ਦੀਆਂ 4-5 ਚੋਣਾਂ ਆ ਰਹੀਆਂ ਨੇ। ਉਹਦੇ ਸੰਬੰਧ ਦੇ ਵਿੱਚ ਮੀਟਿੰਗ ਕੀਤੀ ਸੀ ਵੀ ਨਾ ਤਾਂ ਕੈਪਟਨ ਕੋਈ ਸੀਟ ਜਿੱਤ ਸਕਿਆ ਤੇ ਨਾ ਜਿੱਤ ਸਕੇ ਢੀਂਡਸਾ ਸਾਹਿਬ ਦੀ ਪਾਰਟੀ। ਉਹਨਾਂ ਨੇ ਕਿਹਾ ਕਿ ਅਸੀਂ 2 ਸੀਟਾਂ ਸਾਡੇ ਕੋਲ ਪਹਿਲਾਂ ਸੀ, 2 ਹੁਣ ਨੇ। ਪਹਿਲਾਂ ਸੀ ਤੁਹਾਡੇ ਕੋਲੇ 23 ਚੋਂ 2, ਹੁਣ ਨੇ 73 ਚੋਂ 2। ਨਤੀਜਾ ਤੁਹਾਡਾ ਵੀ ਉਹੋ ਜਿਹਾ ਹੀ ਹੈ। ਇਹ ਠੀਕ ਹੈ, ਤੁਸੀਂ ਕੋਈ ਜਿੱਤ ਗਏ ਹੋ, ਇਸ ਕਰਕੇ ਆਪਦੇ ਆਪ ਨੂੰ ਥਾਪੀ ਦੇਣੀ ਚੰਗੀ ਗੱਲ ਹੈ। ਹੁਣ ਆਪਣਾ ਪੰਗੂ ਸਾਹਿਬ ਜੀ, ਇਸ ਮਾਮਲੇ ਦੇ ਵਿੱਚ ਚਰਚਾ ਚੱਲੀ ਹੈ ਕਿ ਕਿਉਂ ਨਾ ਜਿਹੜੀ ਲੋਕ ਸਭਾ ਦੀ ਸੰਗਰੂਰ ਦੀ ਸੀਟ ਹੈ ਤੇ ਦੂਜਾ ਜਿਹੜਾ ਨਗਰ ਨਿਗਮਾਂ ਨੇ ਉਹਦੇ ਵਿੱਚ ਕਹਿੰਦੇ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਅਸੀਂ ਆਪਣੇ ਤੌਰ ਤੇ ਚੋਣਾਂ ਲੜਾਂਗੇ। ਲੜ ਲਓ, ਕੌਣ ਰੋਕਦਾ। ਆ ਜਿਹੜੀ ਟੁੱਟ ਭੱਜ ਹੋ ਰਹੀ ਹੈ, ਚਰਚਾਵਾਂ ਬਹੁਤ ਚੱਲ ਰਹੀਆਂ ਨੇ ਜੀ, ਖਾਸ ਕਰ ਨਵਜੋਤ ਸਿੰਘ ਸਿੱਧੂ ਜੀ, ਸੁਨੀਲ ਜਾਖੜ ਜੀ ਤੇ ਹੋਰਨਾਂ ਦੀਆਂ ਜੀ, ਵੀ ਪੰਜਾਬ ਦੇ ਵਿੱਚ ਕੋਈ ਸਿਆਸੀ ਪਰਦੇ ਦੇ ਪਿੱਛੇ ਨਵੀਂ ਖਿਚੜੀ ਪੱਕ ਰਹੀ ਹੈ, ਜਿਹੜੀ ਅਗਲੇ ਦਿਨਾਂ ਦੇ ਵਿੱਚ ਪਰਦੇ ਦੇ ਉੱਤੇ ਵੀ ਆ ਜਾਵੇਗੀ। ਚਰਚਾ ਇਹ ਹੈ ਕਿ ਕਈ ਨਵਿਆਂ ਦੇ ਵਾਲੇ ਪਾਸੇ ਨੂੰ ਕੋਈ ਨਵਾਂ ਸਿਆਸੀ ਧਮਾਕਾ ਕਿਸੇ ਵੇਲੇ ਵੀ ਪੰਜਾਬ 'ਚ ਹੋ ਸਕਦਾ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤੇ ਨਵੇਂ ਵਿਧਾਇਕਾਂ ਜਿਹੜੇ ਫਲੈਟ ਜਾਰੀ ਕੀਤੇ ਗਏ ਨੇ ਤੇ ਉੱਥੇ ਹੀ ਪੁਰਾਣੇ ਵਿਧਾਇਕ ਸੀਗੇ ਜਿਹੜੇ ਵਿਕਰਮ ਮਜੀਠੀਆ ਅਤੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਫਲੈਟ ਛੱਡਣ ਦੀ ਜਿਹੜੀ ਉਹ ਗੱਲ ਕਹੀ ਗਈ। ਦੇਖੋ, ਪ੍ਰਕਾਸ਼ ਸਿੰਘ ਬਾਦਲ ਦਾ ਪਤਾ
ਛੱਡਣਾ ਹੈ, ਉਹ ਜਿਹੜਾ ਫਲੈਟ ਹੈ ਉਹ ਉਹਨਾਂ ਦੀ ਹਲਕੇ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ ਹੋ ਗਿਆ ਹੈ। ਜੀ ਜਿਹੜਾ ਫਲੈਟ ਇਹਨਾਂ ਨੇ ਬਿਕਰਮ ਸਿੰਘ ਮਜੀਠੀਏ ਤੋਂ ਛਡਾਉਣਾ ਹੈ, ਮੇਰਾ ਖਿਆਲ ਕਿ ਉਹਦੀ ਧਰਮ ਪਤਨੀ ਗਰੀਬ ਕੌਰ ਮਜੀਠੀਆ ਚੋਣ ਜਿੱਤ ਗਏ ਨੇ। ਇੱਕ ਵੱਖਰੀ ਗੱਲ ਹੈ ਕਿ ਉਹਨੇ ਸਹੁੰ ਨਹੀਂ ਚੱਕੀ ਅਜੇ ਤੱਕ। ਪਤਾ ਨਹੀਂ ਇਹਨਾਂ ਨੇ ਕ੍ਰਾਈਟੇਰੀਆ ਕੀ ਬਣਾਇਆ ਹੈ। ਹੋ ਸਕਦਾ ਜਿਹੜੇ ਫਲੈਟ ਬਾਦਲ ਸਾਹਿਬ ਕੋਲ ਜਾਂ ਮਜੀਠੀਆ ਸਾਹਿਬ ਕੋਲ ਸੀ ਉਹ ਦਰਜਾਬੰਦੀ 'ਚ ਵੱਧ ਹੋਣ। ਅਮਰਿੰਦਰ ਸਿੰਘ ਰਾਜੇ ਵੜਿੰਗ ਕੋਲੇ ਵੀ ਹੈ, ਉਹ ਮੰਤਰੀ ਬਣ ਕੇ ਵੀ ਫਲੈਟ 'ਚੋਂ ਬਾਹਰ ਨਹੀਂ ਸੀ ਗਏ। ਤਾਂ ਇਹਦੇ ਵਿੱਚ ਕੁਝ ਨੋਟਿਸ ਜਾਰੀ ਕੀਤੇ ਨੇ। ਗਨੀਬ ਕੌਰ ਮਜੀਠੀਆ ਇਸ ਵੇਲੇ MLA ਹੈ, ਉਹਨੂੰ ਕੋਈ ਨਾ ਕੋਈ ਫਲੈਟ ਤਾਂ ਦੇਣਾ ਹੀ ਪਏਗਾ ਜੀ। ਸੋ ਇਹ ਸਰਕਾਰ ਨੇ ਕਿਸ ਕ੍ਰਾਈਟੇਰੀਆ ਦੇ ਵਿੱਚ ਦੇਣੇ ਨੇ, ਲੇਕਿਨ ਜਿਹੜਾ ਬਾਦਲ ਸਾਹਿਬ ਵਾਲਾ ਹੈ ਉਹ ਗੁਰਮੀਤ ਸਿੰਘ ਖੁੱਡੀਆਂ ਨੂੰ ਅਲਾਟ ਕੀਤਾ ਜਾ ਚੁੱਕਿਆ ਜੀ। ਉਧਰ ਅਕਾਲੀ ਲੀਡਰ ਜਿਹੜੇ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਿਹੜੇ ਉਹ ਸਿਆਸਤ ਛੱਡ ਦੇਣ ਜੀ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਤਾਰ ਚੜ੍ਹਾਅ ਬਹੁਤ ਦੇਖੇ ਹੈ। ਇਸ ਵੇਲੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹਨਾਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਿਤਾ ਜੀ ਸਰਪ੍ਰਸਤ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਪਾਸੇ ਹੋ ਜਾਓ। ਤੁਹਾਡੀ ਸਰਪ੍ਰਸਤੀ ਤੇ ਤੁਹਾਡੇ ਬੇਟੇ ਦੀ ਪ੍ਰਧਾਨਗੀ ਦੇ ਵਿੱਚ ਅੱਜ ਤੱਕ ਅਕਾਲੀ ਦਲ ਨੂੰ ਇਹ ਹਾਰ ਨਹੀਂ ਮਿਲੀ ਸੀ ਜਿਹੜੀ ਹੁਣ ਮਿਲੀ ਹੈ। ਢੀਂਡਸਾ ਸਾਹਿਬ ਨੇ 2017 ਦੇ ਵਿੱਚ ਵੀ ਇਹਨਾਂ ਨੂੰ ਸੁਝਾਅ ਦਿੱਤੇ ਸੀ। ਪਾਰਟੀ ਪ੍ਰਧਾਨ ਸਾਹਿਬ ਦੀ ਨਾਲ ਜਿਹੜਾ ਤਕਰਾਰ ਹੋਇਆ ਬੋਲਬਾਣੀ ਦੇ ਵਿੱਚ, ਉਹਨਾਂ ਨੇ ਪਾਰਟੀ ਉਹ ਛੱਡਤੀ ਜੀ। ਉਹ ਕਹਿੰਦੇ ਵੀ ਜੇ 2017 ਦੇ ਵਿੱਚ ਤੁਸੀਂ ਠੰਡੇ ਮਨ ਦੇ ਨਾਲ ਉਸ ਹਾਰ ਨੂੰ ਉਹਦੇ ਤੇ ਸਵੈ ਪੜਚੋਲ ਕੀਤੀ ਹੁੰਦੀ ਤਾਂ ਅੱਜ ਕਿਸੇ ਵੀ ਕੀਮਤ ਦੇ ਉੱਤੇ ਆਹ ਸਥਿਤੀ ਨਾ ਹੁੰਦੀ। ਤੁਹਾਡਾ ਤਾਂ ਉਦੋਂ ਵੀ ਕਿਨਾਰੇ ਤੇ ਚਲੇ ਗਏ, ਤੁਸੀਂ 3 ਸੀਟਾਂ ਤੇ ਸਿਮਟ ਕੇ ਰਹਿ ਗਏ ਹੋ। ਤੁਹਾਡੀ ਹਾਰ ਨਹੀਂ, ਨਮੋਸ਼ੀਜਨਕ ਹਾਰ ਹੋਈ ਹੈ। ਅਕਾਲੀ ਦਲ ਨਹੀਂ ਮਾੜਾ, ਇਹ ਅਕਾਲੀ ਦਲ ਨੂੰ ਜੇ ਇੱਕ ਕਰਨਾ ਹੈ, ਜੇ ਅਕਾਲੀ ਦਲ ਨੂੰ ਸਰਵਾਈਵ ਕਰਨਾ ਹੈ ਤਾਂ ਤੁਸੀਂ ਇਹਦਾ ਖੜਾ ਛੱਡੋ, ਕਿਸੇ ਨਵੇਂ ਬੰਦੇ ਨੂੰ ਬਾਗਡੋਰ ਦਿਓ, ਅਕਾਲੀ ਦਲ ਦੁਬਾਰਾ ਸੁਰਜੀਤ ਹੋ ਜਾਵੇਗਾ ਜੀ। ਇਸ ਤੋਂ ਇਲਾਵਾ ਝੋਨੇ ਦਾ ਸੀਜ਼ਨ ਹੈ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ ਤੇ ਸਰਕਾਰ ਵੱਲੋਂ ਜਿਹੜੇ ਨਹਿਰਾਂ ਦੇ ਵਿੱਚ ਨਜਾਇਜ਼ ਮੋਗੇ ਕੀਤੇ ਗਏ ਨੇ ਉਹ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ ਕਿਸਾਨਾਂ ਨੂੰ। ਇਹ ਉਹਨਾਂ ਦੇ ਜਿਹੜੇ ਮੰਤਰੀ ਨੇ ਬ੍ਰਹਮ ਜਿੰਪਾ ਸਾਹਿਬ, ਇਹ ਉਹਨਾਂ ਨੇ ਕਿਹਾ। ਉਹ ਕਹਿੰਦੇ ਕਿ ਨਹਿਰੀ ਪਾਣੀ ਟੇਲਾਂ ਤੇ ਪਹੁੰਚਦਾ ਨਹੀਂ, ਰਸਤੇ ਵਿੱਚ ਨਜਾਇਜ਼ ਮੋਗੇ ਲਾਏ ਵੇ ਹੈ। ਇਹ ਗੱਲ ਕਿਸੇ ਹੱਦ ਤੱਕ ਜਿੰਪਾ ਸਾਹਿਬ ਦੀ ਠੀਕ ਹੈ ਜੀ। ਇਸ ਤੋਂ ਇਲਾਵਾ ਜਿੰਪਾ ਸਾਹਿਬ ਇੱਕ ਹੋਰ ਵੀ ਹੈ ਕਿ ਨਹਿਰਾਂ ਦੀ ਸਫਾਈ ਵੀ ਨਹੀਂ ਹੋਈ, ਨਾ ਡਰੇਨਾਂ ਦੀ ਹੋਈ ਹੈ। ਉੱਥੇ ਗੱਜ-ਗੱਜ ਬੂਟੀ ਖੜੀ ਹੈ, ਉਹ ਵੀ ਕਰਵਾ ਦਿਓ। ਜੇ ਬਰਸਾਤ ਜ਼ਿਆਦਾ ਪੈ ਗਈ ਜਲ ਨਿਕਾਸੀਆਂ ਹੋ ਜਾਣਗੀਆਂ। ਜਿਹੜੀਆਂ ਜਲ ਨਿਕਾਸੀਆਂ ਦੱਬੀਆਂ ਹੋਈਆਂ ਨੇ ਉਹ ਵੀ ਕਢਵਾਓ, ਜਿਵੇਂ ਪੰਚਾਇਤ ਮੰਤਰੀ ਸਾਹਿਬ ਪੰਚਾਇਤ ਕਢਾ ਰਹੇ ਨੇ ਜ਼ਮੀਨ, ਪੰਚਾਇਤੀ ਜ਼ਮੀਨ। ਸੋ ਤੁਹਾਨੂੰ ਇੰਨੀ ਕੁ ਬੇਨਤੀ ਹੈ ਕਿ ਜਿਹੜਾ ਕੰਮ ਤੁਸੀਂ ਇਹ ਕਰਨ ਲੱਗੇ ਹੋ ਨਜਾਇਜ਼ ਮੋਗਿਆਂ ਵਾਲਾ, ਬਿਲਕੁਲ ਠੀਕ ਹੈ। ਬੰਦੇ ਨਜਾਇਜ਼ ਤੌਰ ਤੇ ਮੋਗੇ ਲਾ ਕੇ ਪਾਣੀ ਦੀ ਚੋਰੀ ਕਰ ਰਹੇ ਨੇ। ਅਜਿਹੇ ਬੰਦਿਆਂ ਤੇ ਚੋਰੀ ਦੇ ਪਰਚੇ ਵੀ ਹੋਣੇ ਚਾਹੀਦੇ ਨੇ। ਨਾਲ ਇਹ ਵੀ ਜ਼ਰੂਰ ਦੇਖ ਲਿਓ, ਇਹ ਬ੍ਰਹਮ ਸ਼ੰਕਰ ਜਿੰਪਾ ਸਾਹਿਬ, ਕਿ ਕਿਸਾਨ ਜਥੇਬੰਦੀਆਂ ਵਾਲੇ ਵੀ ਝੰਡੇ ਚੱਕ ਕੇ ਤੁਰ ਪੈਂਦੇ ਨੇ। ਮੈਂ ਸਮਝਦਾ ਕਿ ਮੀਟਿੰਗ ਇਹਨਾਂ ਨਾਲ ਵੀ ਪਹਿਲਾਂ ਕਰੋ ਕਿ ਅਸੀਂ ਨਜਾਇਜ਼ ਮੋਗੇ ਬੰਦ ਕਰਨ ਲੱਗੇ ਹਾਂ ਤੇ ਤੁਸੀਂ ਉਹਨਾਂ ਦਾ ਸਾਥ ਨਾ ਦਿਓ। ਨਜਾਇਜ਼ ਮੋਗਿਆਂ ਵਾਲਿਆਂ ਦਾ ਕਿਰਪਾ ਕਰਕੇ ਸਾਡਾ ਸਾਥ ਦਿਓ। ਕਦਮ ਚੰਗਾ ਉਠਾਉਣਾ ਚਾਹੀਦਾ ਹੈ। ਕਈ ਵਾਰ ਜਿਹੜਾ ਟੇਲ ਦੇ ਉੱਤੇ ਪਾਣੀ ਅੱਪੜਦਾ ਹੀ ਨਹੀਂ ਜੀ। ਜੀ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ, ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਸਵੈਮਾਨ ਨੂੰ ਉਸਨੇ ਠੇਸ ਪਹੁੰਚਾਈ ਹੈ। ਤੁਹਾਡੇ ਸਵੈਮਾਨ ਨੂੰ ਠੇਸ ਕੋਈ ਪਹੁੰਚਾ ਹੀ ਨਹੀਂ ਸਕਦਾ ਸੀ ਜੇ ਤੁਸੀਂ ਨਾਮ ਉਹ ਬਿਆਨ ਦਿੰਦੇ। ਉਹ ਤੁਸੀਂ ਹਾਈ ਕਮਾਂਡ ਨੂੰ ਪੁੱਛ ਕੇ ਦਿੱਤਾ ਸੀ।
ਜਾਖੜ ਸਾਹਿਬ, ਤੁਹਾਡੀ ਮੈਂ ਸਭ ਤੋਂ ਵੱਧ ਤਾਰੀਫ ਕਰਦਾ ਵੀ ਜਿੱਡਾ ਵੱਡਾ ਠਰਮਾ ਤੁਹਾਡਾ ਹੈ, ਐਡਾ ਕਿਸੇ ਹੋਰ ਦਾ ਨਹੀਂ ਸੀ। ਤੁਹਾਡਾ ਪਰਿਵਾਰ, ਤੁਹਾਡੇ ਪਿਤਾ ਬਲਰਾਮ ਜਾਖੜ ਜੀ, ਤੁਹਾਨੂੰ ਜ਼ਰੂਰਤ ਕੀ ਪੈ ਗਈ ਸੀ ਉਹ ਬਿਆਨ ਦੇਣ ਦੀ? ਤੇ ਕਾਰਨ ਦੱਸੋ, ਜੇ ਨੋਟਿਸ ਦੇ ਵੀ ਦਿੱਤਾ ਸੀ ਤੁਸੀਂ ਉਹਦਾ ਜਵਾਬ ਦੇ ਦਿੰਦੇ। ਅਜੇ ਵੀ ਅਨੁਸ਼ਾਸਨੀ ਕਮੇਟੀ ਨੇ ਕਿਹਾ ਕਿ ਤੁਹਾਨੂੰ ਪਾਰਟੀ ਚੋਂ ਕੱਢ ਦਿਓ, ਪਰ ਬੀਬੀ ਸੋਨੀਆ ਗਾਂਧੀ ਨੇ ਤੁਹਾਡੇ ਨਾਲ ਲਿਹਾਜ਼ ਪਗਾਈ ਹੈ, ਤੁਹਾਨੂੰ ਪਾਰਟੀ ਚੋਂ ਕੱਢਿਆ ਨਹੀਂ। ਤੁਸੀਂ ਵੀ ਪ੍ਰਧਾਨ ਰਹੇ ਹੋ, ਜੇ ਪਾਰਟੀ ਦੇ ਉਲਟ ਕੋਈ ਚੱਲਦਾ ਸੀ ਤਾਂ ਨੋਟਿਸ ਤਾਂ ਤੁਸੀਂ ਵੀ ਦਿੰਦੇ ਸੀ। ਇਸ ਕਰਕੇ ਜਾਖੜ ਸਾਹਿਬ ਨੇ ਜਿਹੜਾ ਕਿਹਾ ਮੇਰੇ ਸਵੈਮਾਨ ਨੂੰ ਠੇਸ ਪਹੁੰਚੀ ਹੈ, ਠੇਸ ਤਾਂ ਪਹੁੰਚੀ ਨਾ, ਡੁੱਬੀ ਤਾਂ ਜੇ ਸਾਹ ਨਾ ਆਇਆ। ਜੇ ਤੁਸੀਂ ਉਹ ਦਲਿਤ ਭਾਈਚਾਰੇ ਵਾਲਾ ਚੰਨੀ ਸਾਹਿਬ ਦੇ ਉੱਤੇ ਬਿਆਨ ਦਿੱਤਾ ਤਾਂ ਹੀ ਤੁਹਾਨੂੰ ਵਾਰਾਣਸੀ ਜਾ ਕੇ ਮਾਫੀ ਮੰਗਣੀ ਪਈ ਨਾ। ਜੇ ਉਹ ਬਿਆਨ ਹੀ ਨਾ ਦਿੰਦੇ, ਪਹਿਲਾਂ ਤੋਲੋ ਫਿਰ ਬੋਲੋ। ਜੀ, ਕਿਹਾ ਜਾ ਰਿਹਾ ਕਿ ਜਿਹੜੇ ਸੂਬੇ ਦੇ ਅੰਦਰ ਨਰਮੇ ਦੀ ਫਸਲ ਆ ਜਿਹੜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਘਟਦੀ ਹੋਈ ਨਜ਼ਰ ਆ ਰਹੀ ਹੈ ਜੀ। ਨਰਮੇ ਦਾ ਇਸ ਕਰਕੇ ਹੈ, ਕਹਿੰਦੇ ਜਿਹੜਾ ਗੁਜਰਾਤ ਤੋਂ ਬੀ ਆ ਰਿਹਾ ਹੈ, ਇਹ ਬੀ ਨਕਲੀ ਆ ਰਿਹਾ ਹੈ। ਬੜੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਇਹ ਕਦੇ ਬਿਊਟੀ ਕਾਊਟਨ ਆ ਗਿਆ। ਅਕਾਲੀ ਭਾਜਪਾ ਸਰਕਾਰ ਵੇਲੇ ਇੱਕ ਮੰਤਰੀ ਨੂੰ ਪੈਸੇ ਦੇਣ ਚੱਲੇ ਸੀ, ਜੈਤੋ ਦੇ ਕੋਲੇ ਫੜੇ ਗਏ ਸੀ। ਬਿਆਨਬਾਜ਼ੀ ਬਹੁਤ ਹੋਈ ਹੈ। ਨਾ ਤਾਂ ਨਕਲੀ ਦਵਾਈਆਂ ਰੁਕੀਆਂ ਕੀੜੇ ਮਾਰ, ਨਾ ਨਕਲੀ ਖਾਦਾਂ ਰੁਕੀਆਂ, ਨਾ ਨਕਲੀ ਇਹ ਬੀਜ ਰੁਕੇ ਨੇ। ਮੌਜੂਦਾ ਸਰਕਾਰ ਜੇ ਦੂਜਿਆਂ ਨਾਲੋਂ ਬਦਲ ਕੇ ਕੁਝ ਕਰਨਾ ਚਾਹੁੰਦੀ ਹੈ, ਜਿਹੜਾ ਬਠਿੰਡਾ ਬੈਲਟ ਦੇ ਵਿੱਚ ਗੁਜਰਾਤ ਤੋਂ ਨਕਲੀ ਵੀ ਆਇਆ, ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਇਲਾਕਾ ਕਿਤੇ, ਇਹ ਦਿੱਲੀ 'ਚ ਬੈਠੇ ਕੋਈ ਉਹਨਾਂ ਦੇ ਚਹੇਤੇ ਤਾਂ ਨਹੀਂ ਇੱਥੇ ਭੇਜ ਰਹੇ? ਕਰਾਓ ਜਾਂਚ ਇਹਦੀ, ਸਮਾਬੱਧ ਕਰਾਓ ਜਾਂਚ। ਤੇ ਉਹਨਾਂ ਕਿਸਾਨਾਂ ਕੋਲੇ ਸਹੀ ਵੀ ਜਿਹੜੀ ਗੁਲਾਬੀ ਸੁੰਡੀ ਪਿਛਲੀ ਵਾਰੀ ਪਈ, ਉਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਗੁਲਾਬੀ ਸੁੰਡੀ ਇਸ ਕਰਕੇ ਪਈ ਕਿਉਂਕਿ ਬੀ ਡੁਪਲੀਕੇਟ ਸੀ। ਇੱਕ ਬੇਨਤੀ ਹੋਰ ਕਰਾਂ, ਕਿਸਾਨਾਂ ਨੂੰ ਵੀ ਸਮਝਾਓ, ਕਿਸਾਨ ਯੂਨੀਅਨ ਵਾਲਿਓ ਤੁਸੀਂ ਸਮਝਾਓ ਕਿ ਜਿਹੜਾ ਇਹ ਨਜਾਇਜ਼ ਸਪਰੇਆਂ ਹੋ ਰਹੀਆਂ ਨੇ, ਵੱਧ ਖਾਦਾਂ ਪਾਈਆਂ ਜਾ ਰਹੀਆਂ ਨੇ, ਇਹਨਾਂ ਨੂੰ ਕੰਟਰੋਲ ਕਰੋ। ਤੁਸੀਂ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਵੋਗੇ ਤੇ ਤੁਸੀਂ ਜਿਹੜਾ ਹੈਗਾ ਇਹ ਨਕਲੀ ਕੀੜੇ ਮਾਰ ਦਵਾਈਆਂ ਖਾਦਾਂ ਤੋਂ ਵੀ ਬਚ ਪਾਓਗੇ। ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਦੀ ਅਰਜ਼ੀ ਤੋਂ ਜਿਹੜੇ ਜੱਜ ਨੇ ਉਹ ਲਾਂਭੇ ਹੋ ਚੁੱਕੇ ਨੇ ਜੀ ਸੁਣਵਾਈ ਵਾਲੇ। ਜਦੋਂ ਇਹ ਹਾਈ ਕੋਰਟ ਦੇ ਜੱਜ ਨੇ, ਸ਼ਾਇਦ ਜਸਟਿਸ ਰਾਜੀਵ ਜੀ, ਜਦੋਂ ਸੁਪਰੀਮ ਕੋਰਟ ਨੇ ਉਹਦੀ ਜ਼ਮਾਨਤ ਦਿੱਤੀ ਤਾਂ ਹਾਈ ਕੋਰਟ ਦੇ ਜੱਜਾਂ ਤੇ ਵੀ ਸਵਾਲ ਉੱਠੇ ਵੀ ਤੁਸੀਂ ਇਹ ਜ਼ਮਾਨਤ ਅਰਜ਼ੀ ਹੈ ਜਿਹੜੀ ਨਾ, ਸੁਪਰੀਮ ਕੋਰਟ ਨੇ ਜਦੋਂ ਜ਼ਮਾਨਤ ਅਰਜ਼ੀ ਖਾਰਜ ਕੀਤੀ, ਮੁੱਖ ਜੱਜ ਸਾਹਿਬ ਨੇ, ਉਹਨਾਂ ਨੇ ਜਿਹੜੀ ਪ੍ਰਗਿਆ ਰਾਜ ਦੀ ਹਾਈ ਕੋਰਟ ਹੈ ਜਿਹਨੂੰ ਇਲਾਹਾਬਾਦ ਕਹਿੰਦੇ ਆ, ਉਹਨਾਂ ਦੇ ਜੱਜਾਂ ਤੇ ਵੀ ਸਵਾਲ ਕੀਤੇ। ਤਾਂ ਇਹ ਜਸਟਿਸ ਅਜੀਤ ਕੁਮਾਰ ਨੇ ਇਸੇ ਕਰਕੇ ਆਪਣੇ ਆਪ ਨੂੰ ਲਾਂਭੇ ਕਰ ਲਿਆ। ਉਹਨਾਂ ਨੇ ਕਿਹਾ ਵੀ ਤੁਸੀਂ ਜ਼ਮਾਨਤ ਦਿੱਤੀ ਕਿਸ ਵਾਸਤੇ ਸੀ? ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ, ਉਹ ਕਮੇਟੀ ਨੇ ਵੀ ਆ ਕੇ ਸਵਾਲ ਚੱਕਿਆ ਵੀ ਇਸ ਬੰਦੇ ਨੂੰ ਜ਼ਮਾਨਤ ਦਿੱਤੀ ਨਹੀਂ ਜਾ ਸਕਦੀ। ਇਹ ਕਾਰਨ ਕਰਕੇ ਉਹ ਜਸਟਿਸ ਸਾਹਿਬ ਨੇ ਇਸ ਦੇ ਨਾਲੋਂ ਆਪਦਾ ਨਾਤਾ ਤੋੜ ਲਿਆ ਕਿ ਕੋਈ ਹੋਰ ਬੈਂਚ ਬਣਾਓ, ਮੈਨੂੰ ਇਹਦੇ ਤੋਂ ਘੱਟੋ ਘੱਟ ਪਾਸੇ ਕਰ ਦਿੱਤਾ ਜਾਵੇ। ਇਹ ਤੋਂ ਇਸ ਗੱਲ ਦਾ ਲੱਗਦਾ ਹੈ ਕਿ ਯੂਪੀ ਦੇ ਵਿੱਚ ਰਾਜਸੀ ਦਬਾਅ ਅਦਾਲਤਾਂ ਤੱਕ ਵੀ ਗਿਆ ਹੋਵੇਗਾ, ਜਿਹਦੇ ਕਰਕੇ ਜੱਜ ਸਾਹਿਬ ਨੂੰ ਇੱਕ ਇਸ ਤੋਂ ਪਾਸੇ ਹੋਣਾ ਪਿਆ। ਹੋ ਸਕਦਾ ਹੈ ਉਹ ਆਪਦਾ ਇਸ ਗੱਲ ਨੂੰ ਮਹਿਸੂਸ ਕਰ ਗਏ ਹੋਣ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਤਰ੍ਹਾਂ ਦੀ ਸਾਨੂੰ ਝਾੜ ਪਈ ਹੈ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖ ਵੱਖਰੇ ਮੁੱਦੇ ਦੀ ਚਰਚਾ ਕੀਤੀ। ਹੁਣ ਦੇਖਣਾ ਹੋਊਗਾ ਕਿ ਪੰਜਾਬ ਸਰਕਾਰ ਬਿਜਲੀ ਦੇ ਸੰਕਟ ਨਾਲ ਕਿਸ ਤਰ੍ਹਾਂ ਨਜਿੱਠੇਗੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਝੋਨੇ ਦੀ ਫਸਲ ਦੀ ਜਿਹੜੀ ਲਵਾਈ ਸ਼ੁਰੂ ਹੋਣ ਵਾਲੀ ਹੈ, ਜਿਸ ਦੇ ਵਿੱਚ ਬਿਜਲੀ ਦੀ ਕਾਫੀ ਜ਼ਿਆਦਾ ਲੋੜ ਪੈਂਦੀ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।